ਇਹ ਗੱਲ 30 ਸਾਲ ਪੁਰਾਣੀ ਹੈ। ਜਦੋਂ ਮੈਂ 10ਵੀਂ ਦੇ ਪੇਪਰ ਦਿੱਤੇ ਸੀ, ਮੈਂ ਦਿੱਲੀ ਜਾ ਰਹੀ ਸੀ। ਮੇਰੀ ਭੈਣ ਉੱਥੇ ਰਹਿੰਦੀ ਸੀ। ਉਹ ਵੀ ਟ੍ਰੇਨ ਦਾ ਰਾਤ ਦਾ ਸਫ਼ਰ ਬਹੁਤ ਵਧੀਆ ਲੱਗਦਾ ਸੀ। ਮੈਂ ਵੇਖਣ ਨੂੰ ਬਹੁਤ ਸ਼ਰਾਰਤੀ ਪਰ ਅੰਦਰੋਂ ਬਹੁਤ ਡਰਪੋਕ ਸੀ। ਕੁਝ ਉਮਰ ਹੀ ਇਹੋ ਜਿਹੀ ਸੀ। ਉਸ ਟਾਈਮ ਡਰ ਵੀ ਜ਼ਿਆਦਾ ਹੀ ਲੱਗਾ ਸੀ। ਮੈਂ ਆਪਣੀ ਉੱਪਰ ਵਾਲੀ ਸੀਟ 'ਤੇ ਸਿਰਹਾਣੇ ਵਿੱਚ ਹਵਾ ਭਰ ਕੇ ਚਾਦਰ ਲੈ ਕੇ ਮੈਗਜ਼ੀਨ ਪੜ੍ਹਨੀ ਸ਼ੁਰੂ ਕਰ ਦਿੱਤੀ, ਕਿਉਂਕਿ ਟਾਈਮ ਪਾਸ ਕਰਨ ਦਾ ਇਹੋ ਸਭ ਤੋਂ ਵਧੀਆ ਤਰੀਕਾ ਸੀ। ਕਿਉਂਕਿ ਉਸ ਸਮੇਂ ਫ਼ੋਨ ਨਹੀਂ ਸੀ ਹੁੰਦੇ। ਮੈਂ ਆਸੇ-ਪਾਸੇ ਦੇਖ ਰਹੀ ਸੀ। ਮੇਰਾ ਧਿਆਨ ਮੇਰੇ ਨਾਲ ਸਾਹਮਣੇ ਵਾਲੀ ਸੀਟ 'ਤੇ ਪਿਆ। ਉੱਥੇ ਇੱਕ ਸੋਹਣਾ ਜਿਹਾ ਮੁੰਡਾ ਚਾਵਲ ਖਾ ਰਿਹਾ ਸੀ। ਚਾਵਲ ਦਾ ਇੱਕ ਦਾਣਾ ਉਸ ਦੀ ਮੁੱਛ 'ਤੇ ਲੱਗ ਗਿਆ, ਪਰ ਇਹ ਬੇਖਬਰ ਭੋਲਾ-ਭਾਲਾ ਜਿਹਾ ਖਾਣ ਵਿੱਚ ਮਸਤ ਸੀ। ਉਸ ਨੂੰ ਵੇਖ ਕੇ ਮੇਰੀ ਹਾਸੀ ਨਿਕਲ ਗਈ। ਉਸ ਨੇ ਮੈਨੂੰ ਇਸ਼ਾਰੇ ਨਾਲ ਪੁੱਛਿਆ, ਕੀ ਗੱਲ ਹੈ? ਮੈਂ ਕੁਝ ਨਾ ਕਿਹਾ, ਆਪਣਾ ਮੂੰਹ ਚਾਦਰ ਵਿੱਚ ਢੱਕ ਲਿਆ, ਪਰ ਮੈਂ ਉਸ ਨੂੰ ਚੋਰੀ-ਚੋਰੀ ਦੇਖ ਰਹੀ ਸੀ। ਉਸ ਨੇ ਰੋਟੀ ਖਾ ਕੇ ਆਪਣੀ ਕਮੀਜ਼ ਨਾਲ ਹੱਥ ਸਾਫ਼ ਕੀਤੇ ਤੇ ਲੇਟ ਗਿਆ। ਪਰ ਇਸ ਵਾਰ ਮੈਂ ਉਸ ਨੂੰ ਵੇਖਦੀ ਫੜੀ ਗਈ, ਕਿਉਂਕਿ ਉਹ ਵੀ ਮੇਰੇ ਵੱਲ ਵੇਖ ਰਿਹਾ ਸੀ। ਮੈਨੂੰ ਡਰ ਵੀ ਲੱਗ ਰਿਹਾ ਸੀ। ਇੱਕ ਤਾਂ ਮੈਂ ਇਕੱਲੀ ਸੀ, ਉੱਤੋਂ ਰਾਤ ਦਾ ਸਫ਼ਰ। ਫਿਰ ਮੈਂ ਤੈਅ ਕੀਤਾ ਕਿ ਹੁਣ ਕੋਈ ਸ਼ਰਾਰਤ ਨਹੀਂ, ਕਿਉਂਕਿ ਦਿਲ ਵਿੱਚ ਆਇਆ ਕਿ ਨਾ ਜਾਣੇ ਉਹ ਕੀ ਸਮਝ ਲਵੇ। ਟ੍ਰੇਨ ਨੇ ਆਪਣੀ ਰਫ਼ਤਾਰ ਫੜ ਲਈ ਸੀ। ਡਰ ਦੇ ਮਾਰੇ ਮੈਨੂੰ ਨੀਂਦ ਨਹੀਂ ਆ ਰਹੀ ਸੀ। ਫਿਰ ਅਚਾਨਕ ਮੇਰੀ ਅੱਖ ਲੱਗ ਗਈ। ਮੈਨੂੰ ਲੱਗਾ ਜਿਵੇਂ ਕੋਈ ਮੈਨੂੰ ਜਗਾ ਰਿਹਾ ਹੋਵੇ। ਮੈਂ ਚੀਖ ਮਾਰਨ ਲੱਗੀ ਸੀ, ਪਰ ਕਿਸੇ ਨੇ ਮੇਰੇ ਮੂੰਹ ਦੇ ਉੱਤੇ ਹੱਥ ਰੱਖ ਦਿੱਤਾ ਸੀ। ਮੇਰਾ ਸਾਹ ਰੁਕ ਗਿਆ। ਮੈਨੂੰ ਲੱਗਾ ਅੱਖਾਂ ਬੰਦ ਵਿੱਚ ਹੰਝੂ ਆ ਗਏ ਤੇ ਲੱਗਿਆ ਜਿਵੇਂ ਮੈਂ ਹੁਣੇ ਹੀ ਮਰ ਜਾਣਾ। ਟ੍ਰੇਨ ਦੀ ਹਲਕੀ ਰੌਸ਼ਨੀ ਵਿੱਚ ਕੁਝ ਨਜ਼ਰ ਵੀ ਨਹੀਂ ਸੀ ਆ ਰਿਹਾ। ਫਿਰ ਅਚਾਨਕ ਆਵਾਜ਼ ਸੁਣੀ, ਰੌਲਾ ਨਾ ਪਾ, ਮੈਂ ਹਾਂ। ਅੱਖਾਂ ਖੋਲ੍ਹ ਕੇ ਦੇਖਿਆ, ਉਹੀ ਮੁੰਡਾ ਸੀ। ਉਸ ਦੀਆਂ ਭੂਰੀਆਂ ਅੱਖਾਂ, ਗੋਰਾ ਰੰਗ ਸੀ। ਉਸ ਨੇ ਮੈਨੂੰ ਕਿਹਾ, ਮੇਰਾ ਸਟੇਸ਼ਨ ਆ ਗਿਆ ਹੈ, ਮੈਂ ਜਾ ਰਿਹਾ ਹਾਂ। ਮੇਰਾ ਨਾਂ ਅੰਬਰ ਹੈ, ਤੇਰਾ ਕੀ ਨਾਂ ਹੈ? ਉਸ ਨੇ ਜਾਂਦੇ ਹੋਏ ਮੇਰੇ ਹੱਥ ਵਿੱਚ ਕਾਗਜ਼ ਦਾ ਟੁਕੜਾ ਰੱਖਿਆ ਤੇ ਮੈਨੂੰ ਬਾਏ ਕਰਦਾ ਚਲਾ ਗਿਆ। ਮੈਂ ਸ਼ੁਕਰ ਕੀਤਾ ਕਿ ਉਹ ਚਲਾ ਗਿਆ। ਉਹ ਕਾਗਜ਼ ਦਾ ਟੁਕੜਾ ਮੇਰੇ ਹੱਥ ਵਿੱਚ ਸੀ। ਪਹਿਲਾਂ ਸੋਚਿਆ ਕਿ ਸੁੱਟ ਦੇਵਾਂ, ਅਤੇ ਫਿਰ ਸੋਚਿਆ ਇੱਕ ਵਾਰੀ ਪੜ੍ਹ ਲਵਾਂ ਕੀ ਲਿਖਿਆ ਹੈ ਇਸ ਵਿੱਚ। ਇੰਨੀ ਰਾਤ ਨੂੰ ਟ੍ਰੇਨ ਵਿੱਚ ਲਾਈਟ ਖੋਲ੍ਹਣਾ ਸਹੀ ਨਾ ਲੱਗਾ। ਮੈਂ ਉਸ ਕਾਗਜ਼ ਦੇ ਟੁਕੜੇ ਨੂੰ ਬੈਗ ਦੀ ਜੇਬ ਵਿੱਚ ਪਾ ਕੇ ਲੇਟ ਗਈ, ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ। ਮਨ ਵਿੱਚ ਇੱਕ ਬੇਚੈਨੀ ਸੀ ਕਿ ਆਖਿਰ ਕੀ ਲਿਖਿਆ ਹੈ ਉਸ ਵਿੱਚ, ਤੇ ਕਦੋਂ ਸਟੇਸ਼ਨ ਆਵੇ ਤੇ ਮੈਂ ਵੇਖਾਂ। ਮੇਰਾ ਸਟੇਸ਼ਨ ਆ ਗਿਆ ਸੀ, ਪਰ ਟ੍ਰੇਨ 15 ਮਿੰਟ ਲੇਟ ਸੀ। ਸਵੇਰ ਦੇ 6 ਵੱਜ ਗਏ ਸਨ। ਮੈਂ ਸਟੇਸ਼ਨ 'ਤੇ ਉਤਰੀ ਅਤੇ ਬੈਗ ਦੀ ਜੇਬ ਵਿੱਚ ਹੱਥ ਪਾਇਆ ਕਿ ਦੇਖਾਂ ਉਸ ਕਾਗਜ਼ ਵਿੱਚ ਕੀ ਹੈ। ਇੰਨੇ ਨੂੰ ਮੇਰੇ ਮੋਢੇ 'ਤੇ ਕਿਸੇ ਨੇ ਹੱਥ ਰੱਖ ਦਿੱਤਾ। ਮੈਂ ਡਰ ਗਈ ਕਿ ਕਿਤੇ ਮੇਰੇ ਪਿੱਛੇ ਤਾਂ ਨਹੀਂ ਆ ਗਿਆ। ਮੈਂ ਪਿੱਛੇ ਮੁੜ ਕੇ ਵੇਖਿਆ, ਇਹ ਮੇਰੇ ਜੀਜੂ ਸੀ ਜੋ ਮੈਨੂੰ ਲੈਣ ਆਏ ਸੀ। ਉਹਨਾਂ ਮੈਨੂੰ ਕਿਹਾ, ਕਿੱਥੇ ਚੱਲੀ ਸਾਲੀ ਸਾਹਿਬਾ, ਕੋਈ ਮਿਲ ਤਾਂ ਨਹੀਂ ਗਿਆ? ਮੈਂ ਸ਼ਰਮਾ ਗਈ ਅਤੇ ਫਿਰ ਅਸੀਂ ਘਰ ਆ ਗਏ ਤੇ ਮੇਰੀ ਭੈਣ ਮੇਰੇ ਗਲੇ ਮਿਲੀ ਅਤੇ ਮੈਨੂੰ ਕਹਿਣ ਲੱਗੀ ਕਿ ਤੂੰ ਖੁਸ਼ ਕਿਉਂ ਨਹੀਂ ਹੈ? ਮੈਂ ਕਿਹਾ, ਨਹੀਂ, ਕਿ ਕੁਝ ਨਹੀਂ, ਸਫ਼ਰ ਦੀ ਥਕਾਨ ਹੈ। ਮੇਰੀ ਭੈਣ ਨੇ ਮੇਰਾ ਸਮਾਨ ਪਿੰਕੀ ਦੇ ਰੂਮ ਵਿੱਚ ਰੱਖ ਦਿੱਤਾ। ਪਿੰਕੀ ਮੇਰੀ ਭੈਣ ਦੀ 8 ਸਾਲਾਂ ਦੀ ਧੀ ਸੀ। 1 ਘੰਟਾ ਗੱਲ ਕਰਨ ਦੇ ਬਾਅਦ ਮੈਂ ਭੈਣ ਨੂੰ ਅਚਾਰ, ਪਾਪੜ, ਬੜੀਆਂ ਤੇ ਹੋਰ ਸਮਾਨ ਜੋ ਮਾਂ ਨੇ ਭੈਣ ਲਈ ਦਿੱਤਾ ਸੀ ਉਹ ਦੇ ਰਹੀ ਸੀ। ਇੰਨੇ ਨੂੰ ਪਿੰਕੀ ਮੇਰਾ ਪਰਸ ਚੁੱਕ ਕੇ ਆਈ। ਮਾਸੀ, ਮੇਰੀ ਡਾਲ ਲੈ ਕੇ ਆਈ ਹੈ? ਮੈਂ ਉਸ ਨੂੰ ਉੱਚੀ ਆਵਾਜ਼ ਵਿੱਚ ਬੋਲਿਆ, ਰੁਕ ਜਾ, ਦਿੰਨੀ ਆ। ਫਿਰ ਮੈਂ ਉਸ ਨੂੰ ਉਸ ਦੀ ਡਾਲ ਤੇ ਉਸ ਨੂੰ ਕੈਂਡੀ ਦਿੱਤੀ। ਫਿਰ ਕਿਤੇ ਜਾ ਕੇ ਉਹ ਮੰਨੀ, ਨਹੀਂ ਤਾਂ ਉਸ ਨੇ ਮੇਰੀ ਹਾਲਤ ਖਰਾਬ ਕਰ ਦੇਣੀ ਸੀ।
ਪਿੰਕੀ ਕਦੀ ਆਪਣੇ ਸਕੂਲ ਦੀ ਗੱਲ ਕਰਦੀ ਤੇ ਕਦੀ ਆਪਣੇ ਟੀਚਰ ਦੀ ਨਕਲ ਕਰਕੇ ਵਿਖਾ ਰਹੀ ਸੀ, ਪਰ ਉਹ ਕਾਗਜ਼ ਦਾ ਟੁਕੜਾ ਕਿਤੇ ਦਿਲ ਨਹੀਂ ਲੱਗਣ ਦੇ ਰਿਹਾ ਸੀ। ਫਿਰ ਸੋਚਿਆ ਕਿ ਨਹਾਉਣ ਚਲੀ ਜਾਂਦੀ ਹਾਂ, ਬਾਥਰੂਮ ਵਿੱਚ ਪੜ੍ਹ ਲਵਾਂਗੀ, ਪਰ ਸਾਰਾ ਬੈਗ ਫਰੋਲ ਲਿਆ। ਉਹ ਕਾਗਜ਼ ਨਾ ਮਿਲਿਆ ਅਤੇ ਫਿਰ ਮੇਰੀ ਨਜ਼ਰ ਪਈ। ਮੇਰੀ ਭੈਣ ਝਾੜੂ ਲਾ ਰਹੀ ਸੀ ਅਤੇ ਉਹ ਟੁਕੜਾ ਫਰਸ਼ 'ਤੇ ਸੀ। ਭੱਜ ਕੇ ਉਸ ਨੂੰ ਚੁੱਕਿਆ ਤੇ ਗਲੇ ਨਾਲ ਲਾ ਲਿਆ, ਜਿਵੇਂ ਕੋਈ ਵਿਛੜਿਆ ਹੋਇਆ ਸਾਥੀ ਮਸਾਂ ਮਿਲਿਆ ਸੀ। ਭੈਣ ਨੇ ਕਿਹਾ, ਕੀ ਗੱਲ, ਕੁਝ ਗੁੰਮ ਹੋ ਗਿਆ ਸੀ? ਹੁਣ ਮੈਂ ਕੀ ਕਹਿੰਦੀ ਕਿ ਮੇਰਾ ਚੈਨ ਹੀ ਗੁੰਮ ਹੋ ਗਿਆ ਸੀ। ਫਿਰ ਬਾਥਰੂਮ ਵਿੱਚ ਜਾ ਕੇ ਕਾਗਜ਼ ਨੂੰ ਪੜ੍ਹਨ ਲੱਗੀ। ਆਲੂ 30 ਰੁਪਏ, ਦੁੱਧ 50 ਰੁਪਏ। ਇਹ ਮੈਨੂੰ ਕੀ ਦੇ ਗਿਆ ਸੀ? ਤੇ ਮੈਨੇ ਫਿਰ ਦੇਖਿਆ ਕਿ ਇਹ ਤਾਂ ਉਹ ਕਾਗਜ਼ ਨਹੀਂ ਸੀ। ਇਹ ਤਾਂ ਮੇਰੀ ਭੈਣ ਦੀ ਰਾਸ਼ਨ ਵਾਲੀ ਪਰਚੀ ਸੀ। ਫਿਰ ਮੈਂ ਨਹਾਉਣ ਲੱਗੀ ਤੇ ਨਹਾ ਕੇ ਬਾਹਰ ਆ ਗਈ। ਮੇਰੀ ਭੈਣ ਹੈਰਾਨ ਸੀ ਕਿ 1 ਘੰਟਾ ਲਾਉਣ ਵਾਲੀ ਕੁੜੀ ਇੰਨੀ ਜਲਦੀ ਬਾਥਰੂਮ ਵਿੱਚੋਂ ਬਾਹਰ ਆ ਗਈ। ਮੈਂ ਉਦਾਸ ਹੋ ਗਈ ਸੀ। ਫਿਰ ਸਾਰਾ ਸਮਾਨ ਚੈੱਕ ਕੀਤਾ, ਪਰ ਉਹ ਕਾਗਜ਼ ਦਾ ਟੁਕੜਾ ਏਦਾਂ ਗੁੰਮ ਹੋ ਗਿਆ ਸੀ ਕਿ ਮਿਲਣ ਦਾ ਨਾਂ ਨਹੀਂ ਸੀ ਲੈ ਰਿਹਾ। ਅਸੀਂ ਦਿੱਲੀ ਵਿੱਚ ਰਹਿਣ ਘੁੰਮਣ ਦਾ ਚਾਅ ਮੇਰਾ ਖਤਮ ਹੋ ਗਿਆ ਸੀ। ਦਿਲ ਵਿੱਚ ਆਉਂਦਾ ਕਿ ਪਤਾ ਨਹੀਂ ਉਸਨੇ ਆਪਣਾ ਪਤਾ ਜਾਂ ਫ਼ੋਨ ਨੰਬਰ ਦਿੱਤਾ ਹੋਵੇ, ਕੀ ਪਤਾ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੋਵੇ। ਪਤਾ ਨਹੀਂ ਕੀ ਸੀ ਉਸ ਵਿੱਚ। ਦਿਲ ਹਰ ਵਾਰੀ ਨਵੀਂ ਕਹਾਣੀ ਬਣਾਈ ਜਾਂਦਾ, ਪਰ ਮੇਰੀ ਹਰ ਕਹਾਣੀ ਅਧੂਰੀ ਰਹਿ ਗਈ। ਫਿਰ ਮੈਂ ਸਕੂਲ ਤੋਂ ਕਾਲਜ ਵਿੱਚ ਆ ਗਈ ਅਤੇ ਦਿਨ ਤੇ ਸਮਾਂ ਬੀਤ ਗਏ। ਮੇਰੇ ਬਹੁਤ ਦੋਸਤ ਬਣ ਗਏ, ਪਰ ਉਹ ਮੁੰਡਾ ਮੈਨੂੰ ਹਮੇਸ਼ਾ ਮੇਰੇ ਸੁਪਨੇ ਵਿੱਚ ਕਹਿੰਦਾ, ਕੀ ਤੂੰ ਮੇਰੇ ਦਿਲ ਦਾ ਟੁਕੜਾ ਵੀ ਨਹੀਂ ਸੰਭਾਲ ਸਕੀ? ਮੇਰੇ ਦਿਲ ਵਿੱਚ ਹੁੰਦਾ ਕਿ ਕਾਸ਼ ਇੱਕ ਮੁਲਾਕਾਤ ਹੀ ਸਹੀ ਹੋ ਜਾਵੇ ਤੇ ਉਸ ਨੂੰ ਪੁੱਛ ਲਵਾਂ ਕਿ ਆਖਰ ਕੀ ਲਿਖਿਆ ਸੀ ਉਸ ਵਿੱਚ। ਬਸ ਇੱਦਾਂ ਹੀ ਚੱਲਦਾ ਰਿਹਾ। ਫਿਰ ਮੇਰੀ ਗ੍ਰੈਜੂਏਸ਼ਨ ਪੂਰੀ ਹੋ ਗਈ। ਮੈਂ ਦੂਜੇ ਕਾਲਜ ਵਿੱਚ ਦਾਖਲਾ ਲੈ ਲਿਆ ਸੀ ਪੋਸਟ ਗ੍ਰੈਜੂਏਸ਼ਨ ਕਰਨ ਲਈ। ਪਾਪਾ ਮੇਰੇ ਲਈ ਰਿਸ਼ਤਾ ਲੱਭ ਰਹੇ ਸੀ। ਮੈਂ ਸਾਰਾ ਦਿਨ ਆਪਣੀ ਪੜ੍ਹਾਈ ਵਿੱਚ ਲੱਗੀ ਰਹਿੰਦੀ ਸੀ। ਮੇਰੇ ਕੋਲ ਪਿਆਰ ਮੁਹੱਬਤ ਦਾ ਸਮਾਂ ਨਹੀਂ ਸੀ। ਮੈਂ ਤਾਂ ਬਸ ਉਸ ਟ੍ਰੇਨ ਵਾਲੀ ਰਾਤ ਦੀ ਗੱਲ ਸੋਚਦੀ ਰਹਿੰਦੀ ਕਿ ਕਾਸ਼ ਉਹ ਸਮਾਂ ਮੈਨੂੰ ਫਿਰ ਵਾਪਸ ਮਿਲ ਜਾਵੇ। ਇੰਨੇ ਨੂੰ ਮੇਰੀ ਪਿਆਰੀ ਸਹੇਲੀ ਪਿੰਕੀ ਦਾ ਰਿਸ਼ਤਾ ਪੱਕਾ ਹੋ ਗਿਆ ਸੀ। ਬਹੁਤ ਵਧੀਆ ਕੁੜੀ ਸੀ, ਬਹੁਤ ਸੋਹਣੀ। ਅਸੀਂ 2 ਜਿਸਮ ਤੇ 1 ਜਾਨ ਸੀ। ਉਹ ਹਰ ਵੇਲੇ ਆਪਣੇ ਹੋਣ ਵਾਲੇ ਘਰਵਾਲੇ ਦੀ ਸਿਫਤ ਕਰਦੀ ਰਹਿੰਦੀ ਸੀ। ਉਸ ਸਮੇਂ ਮੋਬਾਈਲ ਫੋਨ ਤਾਂ ਹੈ ਨਹੀਂ ਸੀ, ਪਰ ਲੈਂਡਲਾਈਨ 'ਤੇ ਗੱਲ ਹੋ ਜਾਂਦੀ ਸੀ। ਫਿਰ ਸਮਾਂ ਆ ਗਿਆ ਕਿ ਪ੍ਰੀਤ ਦੀ ਰਿੰਗ ਸੈਰਮਨੀ ਦਾ। ਉਹ ਬਹੁਤ ਸੋਹਣੀ ਲੱਗ ਰਹੀ ਸੀ। ਸੋਹਣੀ ਤਾਂ ਮੈਂ ਵੀ ਲੱਗ ਰਹੀ ਸੀ। ਫਿਰ ਉਸ ਦਾ ਸਹੁਰਾ ਪਰਿਵਾਰ ਆਇਆ। ਮੈਨੂੰ ਪ੍ਰੀਤ ਨੇ ਦੂਰੋਂ ਹੀ ਕਿਹਾ ਕਿ ਉਹ ਵੇਖ ਲੈ ਆਪਣੇ ਜੀਜਾ ਜੀ ਨੂੰ। ਮੈਨੂੰ ਆਪਣੀਆਂ ਅੱਖਾਂ 'ਤੇ ਸੱਚ ਨਹੀਂ ਸੀ ਆ ਰਿਹਾ ਕਿ ਪਿਛਲੇ 5 ਸਾਲਾਂ ਤੋਂ ਜਿਸ ਨੂੰ ਮੈਂ ਲੱਭ ਰਹੀ ਸੀ, ਉਹ ਅੱਜ ਮੇਰੇ ਸਾਹਮਣੇ ਹੈ। ਉਸ 'ਤੇ ਵੱਧ ਰਹੇ ਕਦਮ ਤੋਂ ਮੈਨੂੰ ਸ਼ਰਮ ਆ ਰਹੀ ਸੀ। ਮੈਂ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ, ਪਰ ਸਾਡੀਆਂ ਨਜ਼ਰਾਂ ਆਪਸ ਵਿੱਚ ਮਿਲ ਗਈਆਂ ਸਨ। ਮੇਰੀ ਸਹੇਲੀ ਪ੍ਰੀਤ ਨੇ ਕਿਹਾ ਕਿ ਇਹ ਮੇਰੀ ਸਹੇਲੀ ਰਾਧਿਕਾ ਹੈ ਅਤੇ ਉਹ ਇੱਕਦਮ ਬੋਲਿਆ, ਮੇਰਾ ਨਾਂ ਅੰਬਰ ਹੈ ਤੇ ਪਿਛਲੇ 5 ਸਾਲਾਂ ਤੋਂ ਮੈਂ ਇਸ ਦਾ ਨਾਂ ਜਾਣਨ ਲਈ ਬੇਚੈਨ ਸੀ। ਹੁਣ ਵਾਰੀ ਮੇਰੀ ਸਹੇਲੀ ਪ੍ਰੀਤ ਦੇ ਚੌਂਕਣ ਦੀ ਸੀ। ਉਹ ਇੱਕਦਮ ਬੋਲੀ, ਕੀ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ? ਮੈਂ ਅੱਖਾਂ ਨਾਲ ਅੰਬਰ ਨੂੰ ਇਸ਼ਾਰਾ ਕੀਤਾ, ਜਦੋਂ ਕਿ ਦੱਸਣ ਵਾਲੀ ਕੋਈ ਗੱਲ ਹੀ ਨਹੀਂ ਸੀ। ਮੈਂ ਹੱਸ ਕੇ ਕਿਹਾ ਕਿ ਜੀਜਾ ਜੀ ਬਹੁਤ ਮਜ਼ਾਕੀ ਨੇ। ਅੰਬਰ ਮੇਰੇ ਵੱਲ ਜ਼ਿਆਦਾ, ਪ੍ਰੀਤ ਵੱਲ ਘੱਟ ਦੇਖ ਰਿਹਾ ਸੀ। ਮੈਨੂੰ ਇੱਦਾਂ ਲੱਗਦਾ ਸੀ। ਫਿਰ ਇੱਕ ਸਮਾਂ ਅਜਿਹਾ ਆਇਆ, ਅਸੀਂ ਦੋਨੋਂ ਇਕੱਲੇ ਹੀ ਸੀ। ਮੇਰੇ ਮਨ ਵਿੱਚ ਆ ਰਿਹਾ ਸੀ ਕਿ ਪੁੱਛ ਲਵਾਂ ਕਿ ਤੁਸੀਂ ਉਸ ਕਾਗਜ਼ ਵਿੱਚ ਕੀ ਲਿਖਿਆ ਸੀ, ਪਰ ਮੇਰੀ ਹਿੰਮਤ ਨਹੀਂ ਹੋ ਰਹੀ ਸੀ ਅਤੇ ਮੇਰੀ ਆਵਾਜ਼ ਵੀ ਨਹੀਂ ਨਿਕਲ ਰਹੀ ਸੀ। ਅੰਬਰ ਬੋਲਿਆ, ਤੂੰ ਅੱਜ ਤੱਕ ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੱਤਾ? ਮੈਂ ਉਸ ਵੱਲ ਦੇਖਿਆ। ਮੈਂ ਉਸ ਨੂੰ ਕੀ ਕਹਿੰਦੀ? ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਸ ਵਿੱਚ ਲਿਖਿਆ ਕੀ ਸੀ। ਮੈਂ ਅੰਬਰ ਨੂੰ ਕਿਹਾ ਕਿ ਮੈਨੂੰ ਜਾਣ ਦਿਓ। ਉਸ ਨੇ ਮੇਰਾ ਹੱਥ ਫੜ ਲਿਆ। ਇੰਨੇ ਨੂੰ ਪ੍ਰੀਤ ਤੇ ਉਸ ਦੇ ਘਰ ਦੇ ਆ ਗਏ। ਰਿੰਗ ਦੀ ਅਦਲਾ ਬਦਲੀ ਹੋ ਗਈ। ਮੇਰੇ ਦਿਲ ਵਿੱਚ ਆ ਰਿਹਾ ਸੀ ਕਿ ਸ਼ਾਇਦ
ਉਸਨੇ ਕਾਗਜ਼ ਵਿੱਚ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੋਵੇ। ਫਿਰ ਮੈਂ ਸੋਚਿਆ, ਉਹ ਮੇਰੀ ਸਹੇਲੀ ਦਾ ਜੀਵਨ ਸਾਥੀ ਸੀ, ਪਰ ਦਿਮਾਗ ਕਹਿੰਦਾ ਕਿ ਹਲੇ ਬਣਿਆ ਤਾਂ ਨਹੀਂ। ਪਰ ਦਿਲ 5 ਸਾਲ ਤੋਂ ਉਸਨੂੰ ਭੁੱਲ ਨਹੀਂ ਸੀ ਪਾਇਆ। ਇੱਕ ਦੂਜੇ ਨੂੰ ਅਜਿਹਾ ਕੀ ਰਿਸ਼ਤਾ ਬਣ ਗਿਆ ਸੀ ਸਾਡੇ ਦੋਹਾਂ ਦੇ ਵਿੱਚ। ਪਰ ਅੰਬਰ ਦੀਆਂ ਅੱਖਾਂ ਪਿਛਲੇ 5 ਸਾਲ ਤੋਂ ਮੈਨੂੰ ਲੱਭ ਰਹੀਆਂ ਸਨ। ਪ੍ਰੋਗਰਾਮ ਹੋ ਚੁੱਕਾ ਸੀ। ਪ੍ਰੀਤ ਦੀ ਆਵਾਜ਼ ਆਈ। ਉਸਨੇ ਕਿਹਾ ਕਿ ਅੰਬਰ ਬਹੁਤ ਵਧੀਆ ਲਿਖਦਾ ਤੇ ਗਾਉਂਦਾ ਹੈ। ਜਦੋਂ ਕੋਈ ਤੇਰੇ ਦਿਲ ਤੋੜ ਦੇ, ਤੜਪਦਾ ਛੱਡ ਦੇ, ਉਦੋਂ ਤੂੰ ਮੇਰੇ ਕੋਲ ਆਈ। ਪ੍ਰਿਯ, ਮੇਰਾ ਦਿਲ ਖੁੱਲ੍ਹਾ ਹੈ, ਖੁੱਲ੍ਹਾ ਹੀ ਰਹੇਗਾ ਤੁਮਹਾਰੇ ਲਈ। ਕੀ ਗਾਣਾ ਸੀ, ਜਿੱਦਾਂ ਆਪਣਾ ਦਿਲ ਕੱਢ ਕੇ ਰੱਖ ਦਿੱਤਾ ਹੋਵੇ। ਸਾਰੇ ਹਾਲ ਵਿੱਚ ਤਾੜੀਆਂ ਵਜਾ ਰਹੇ ਸੀ। ਅੰਬਰ ਚੋਰ ਅੱਖ ਨਾਲ ਮੇਰੇ ਵੱਲ ਦੇਖ ਰਿਹਾ ਸੀ। ਮੈਂ ਉੱਥੋਂ ਚਲੀ ਗਈ ਕਿ ਕੋਈ ਗੜਬੜ ਨਾ ਹੋ ਜਾਵੇ। ਫਿਰ ਸਭ ਜਾਣ ਲੱਗੇ। ਵਧਾਈ ਦਾ ਸਮਾਂ ਹੋ ਗਿਆ ਸੀ। ਜਾਂਦੇ ਹੋਏ ਅੰਬਰ ਨੇ ਮੈਨੂੰ ਕਿਹਾ ਕਿ ਮੇਰੇ ਨਾਲ ਦੋਸਤੀ ਕਰੋਗੇ। ਪ੍ਰੀਤ ਇੱਕਦਮ ਬੋਲੀ, ਮੇਰੀ ਦੋਸਤ, ਤੇਰੀ ਦੋਸਤ। ਮੈਂ ਮੁਸਕਰਾ ਪਈ। ਅੰਬਰ ਹਮੇਸ਼ਾ ਪ੍ਰੀਤ ਨੂੰ ਮਿਲਣ ਲਈ ਬੁਲਾਉਂਦਾ, ਸ਼ਾਇਦ ਮੈਨੂੰ ਮਿਲਣ ਲਈ, ਕਿਉਂਕਿ ਅੰਬਰ ਨੂੰ ਪਤਾ ਸੀ ਕਿ ਪ੍ਰੀਤ ਦੇ ਘਰ ਦੇ ਉਸ ਨੂੰ ਇਕੱਲੇ ਨਹੀਂ ਭੇਜਣਗੇ। ਉਹ ਵੀ ਆਪਣੇ ਦੋਸਤ ਨਾਲ ਆਉਂਦਾ ਸੀ। ਇਸ ਵਿੱਚ ਮੈਨੂੰ ਉਸ ਨੂੰ ਸਮਝਣ ਦਾ ਸਮਾਂ ਮਿਲ ਗਿਆ ਸੀ। ਉਹ ਆਗਰੇ ਦਾ ਰਹਿਣ ਵਾਲਾ ਸੀ। ਉਸ ਨੇ ਬਿਜ਼ਨਸ ਸ਼ੁਰੂ ਕੀਤਾ ਸੀ। ਉਹ ਬਹੁਤ ਘੱਟ ਬੋਲਣ ਵਾਲਾ ਤੇ ਹੁਸ਼ਿਆਰ ਮੁੰਡਾ ਸੀ। ਅੰਬਰ ਨੇ ਇੱਕ ਦਿਨ ਫਿਰ ਮੈਨੂੰ ਪੁੱਛਿਆ ਕਿ ਤੂੰ ਕੋਈ ਜਵਾਬ ਕਿਉਂ ਨਹੀਂ ਦਿੱਤਾ। ਮੈਂ ਸਾਹਮਣੇ ਆਉਂਦੀ ਪ੍ਰੀਤ ਨੂੰ ਦੇਖ ਕੇ ਕਿਹਾ, ਜਦੋਂ ਕੁਝ ਹੈ ਹੀ ਨਹੀਂ ਸੀ, ਕੀ ਕਹਿੰਦੀ। ਇੰਨੇ ਨੂੰ ਪ੍ਰੀਤ ਨੇ ਅੰਬਰ ਨੂੰ ਪੁੱਛਿਆ ਕਿ ਤੇਰੀ ਮਿਸਟਰੀ ਗਰਲ ਦਾ ਕੀ ਬਣਿਆ। ਉਸ ਨੇ ਅੰਬਰ ਨੂੰ 2 ਵਾਰ ਇਹੋ ਸਵਾਲ ਪੁੱਛਿਆ। ਮੇਰੇ ਤਾਂ ਹੱਥ ਪੈਰ ਠੰਡੇ ਹੋ ਗਏ। ਪ੍ਰੀਤ ਬੋਲੀ, ਕੀ ਤੈਨੂੰ ਪਤਾ ਰਾਧਿਕਾ, ਅੰਬਰ ਨੇ ਮੈਨੂੰ ਪਹਿਲੀ ਮੁਲਾਕਾਤ ਵਿੱਚ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਸੀ। ਇਸ ਨੂੰ ਇੱਕ ਕੁੜੀ ਨਾਲ ਪਿਆਰ ਹੋ ਗਿਆ ਸੀ ਤੇ ਅੰਬਰ ਨੇ ਉਸ ਦੀ ਫੋਟੋ ਬਣਾਈ ਸੀ ਤੇ ਰਾਧਿਕਾ ਤੇਰੇ ਨਾਲ ਬਹੁਤ ਮਿਲਦੀ ਸੀ ਸ਼ਕਲ। ਮੈਂ ਗੱਲ ਟਾਲਦੇ ਹੋਏ ਕਿਹਾ ਕਿ ਪ੍ਰੀਤ ਚੱਲ ਹੁਣ ਘਰ ਚੱਲੀਏ। ਆਂਟੀ ਅੰਕਲ ਮੈਨੂੰ ਗੁੱਸੇ ਹੋਣਗੇ। ਬਹੁਤ ਦੇਰ ਹੋ ਗਈ ਹੈ। ਅਸੀਂ ਘਰ ਆ ਗਏ। ਮੈਂ ਸੋਚ ਰਹੀ ਸੀ ਕਿ ਰਾਧਿਕਾ, ਤੂੰ ਕੀ ਸੋਚ ਰਹੀ ਹੈ। ਪ੍ਰੀਤ ਤੇਰੀ ਸਹੇਲੀ ਹੈ। ਉਹ ਤੇਰੇ ਤੇ ਬਹੁਤ ਭਰੋਸਾ ਕਰਦੀ ਹੈ। ਉਸ ਦਾ ਤਾਂ ਦੋਸਤੀ ਤੋਂ ਯਕੀਨ ਹੀ ਉੱਠ ਜਾਊਗਾ। ਮੈਂ ਉਹਨਾਂ ਦੋਨਾਂ ਤੋਂ ਦੂਰ ਰਹਿਣ ਦਾ ਫੈਸਲਾ ਲਿਆ ਕਿ ਸਾਡੇ ਤਿੰਨਾਂ ਲਈ ਇਹੋ ਸਹੀ ਹੈ। ਮੈਨੂੰ ਜਦੋਂ ਵੀ ਪ੍ਰੀਤ ਫੋਨ ਕਰਦੀ, ਮੈਂ ਬਹਾਨਾ ਬਣਾ ਦਿੰਦੀ। ਮੈਨੂੰ ਹੁਣ ਇਹ ਸੀ ਕਿ ਦੋਨੋਂ ਇੱਕ ਦੂਜੇ ਨਾਲ ਸਮਾਂ ਬਤੀਤ ਕਰਨ। ਇੱਦਾਂ ਕਰਦੇ ਹੀ 15 ਦਿਨ ਬੀਤ ਗਏ ਸੀ। ਮੈਨੂੰ ਪ੍ਰੀਤ ਦਾ ਫੋਨ ਆਇਆ ਕਿ ਅੰਬਰ ਫੋਨ ਦੇ ਉੱਤੇ ਤੇਰੇ ਬਾਰੇ ਹੀ ਪੁੱਛਦਾ ਰਹਿੰਦਾ ਹੈ। ਪ੍ਰੀਤ ਕਿੰਨੀ ਭੋਲੀ ਸੀ, ਬਿਲਕੁਲ ਅਣਜਾਣ ਸੀ ਕਿਸੇ ਵੀ ਗੱਲ ਤੋਂ। ਇੱਕ ਦਿਨ ਮੈਂ ਪੁੱਛਿਆ ਕਿ ਅੰਬਰ ਨੂੰ ਉਸ ਦੀ ਮਿਸਟਰੀ ਗੱਲ ਮਿਲੀ, ਤਾਂ ਪ੍ਰੀਤ ਨੇ ਮੈਨੂੰ ਕਿਹਾ ਕਿ ਛੱਡ ਨਾ ਯਾਰ, ਜੋ 5 ਸਾਲ ਤੋਂ ਨਹੀਂ ਮਿਲੀ, ਹੁਣ ਕੀ ਮਿਲੇਗੀ। ਤੇ ਜੇਕਰ ਮਿਲ ਵੀ ਗਈ ਤਾਂ ਅੰਬਰ ਮੇਰਾ ਹੈ, ਮੈਂ ਉਸ ਨੂੰ ਕਿਸੇ ਹੋਰ ਦਾ ਨਹੀਂ ਹੋਣ ਦੇਣਾ। ਮੈਨੂੰ ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਸੀ। ਮੈਂ ਸੋਚਿਆ ਕਿ ਇਹ ਕਹਾਣੀ ਹੁਣ ਇੱਥੇ ਹੀ ਖਤਮ ਕਰੋ, ਪਰ ਕੀ ਅੰਬਰ ਇਸ ਚੈਪਟਰ ਨੂੰ ਖਤਮ ਕਰੂਗਾ? ਉਹ ਕੀ ਸੋਚਦਾ ਹੈ? ਮੇਰੇ ਕੰਨਾਂ ਵਿੱਚ ਪ੍ਰੀਤ ਦੀ ਆਵਾਜ਼ ਗੂੰਜ ਰਹੀ ਸੀ ਕਿ ਉਹ ਤਾਂ ਹੁਣ ਮਿਸਟਰੀ ਗੱਲ ਹੀ ਰਹਿ ਗਈ ਸੀ। ਸਹੀ ਕਹਿ ਰਹੀ ਸੀ ਪ੍ਰੀਤ। ਪ੍ਰੀਤ ਨੇ ਦੱਸਿਆ ਕਿ ਹੁਣ ਅੰਬਰ ਉਸ ਨੂੰ ਮਿਲਣ ਲਈ ਨਹੀਂ ਬੁਲਾਉਂਦਾ। ਮੈਂ ਹੋਰ 15 ਦਿਨ ਇੱਦਾਂ ਹੀ ਕੱਢ ਦਿੱਤੇ। ਮੈਂ ਸੋਚਿਆ, ਅੰਬਰ ਮੈਨੂੰ ਟ੍ਰੇਨ ਵਿੱਚ ਮਿਲਿਆ ਸੀ। ਉਹ ਇੱਕ ਛੋਟੀ ਜਿਹੀ ਮੁਲਾਕਾਤ ਲਈ ਮੈਂ ਆਪਣੀ ਸਹੇਲੀ ਦੀ ਜ਼ਿੰਦਗੀ ਖਰਾਬ ਨਹੀਂ ਕਰ ਸਕਦੀ। ਪ੍ਰੀਤ ਨੇ ਦੱਸਿਆ ਕਿ ਨਾ ਤਾਂ ਅੰਬਰ ਉਸ ਨੂੰ ਮਿਲਣ ਲਈ ਬੁਲਾਉਂਦਾ ਹੈ ਅਤੇ ਨਾ ਹੀ ਫੋਨ ਤੇ ਗੱਲ ਕਰਦਾ ਹੈ। ਉਹ ਬਦਲ ਗਿਆ ਹੈ। ਵਿਆਹ ਨੇੜੇ ਆ ਰਿਹਾ ਹੈ ਤੇ ਉਸ ਨੂੰ ਕੋਈ ਚਾਅ ਹੀ ਨਹੀਂ। ਮੈਂ ਸੋਚਿਆ ਕਿ ਅੰਬਰ ਇਹ ਸਭ ਕੀ ਕਰ ਰਿਹਾ ਹੈ। ਸਾਡਾ ਦੋਨਾਂ ਦਾ ਟ੍ਰੇਨ ਵਿੱਚ ਮਿਲਣਾ ਇੱਕ ਇਤਫਾਕ ਸੀ। ਸਾਨੂੰ ਦੋਨਾਂ ਨੂੰ ਇਸ ਨੂੰ ਭੁੱਲ ਕੇ ਅੱਗੇ ਵਧਣਾ ਚਾਹੀਦਾ ਹੈ। ਉਹ ਕਿਉਂ ਨਹੀਂ ਸਮਝ ਰਿਹਾ। ਇਸ ਨਾਲ ਬਹੁਤ ਪਰਿਵਾਰ ਖਿੰਡ ਜਾਣਗੇ ਤੇ ਅਸੀਂ ਕਦੀ ਖੁਸ਼ ਨਹੀਂ ਰਹਿ ਪਾਵਾਂਗੇ।
ਵਕਤ ਬੀਤ ਰਿਹਾ ਸੀ ਤੇ ਵਕਤ ਦੇ ਨਾਲ ਪ੍ਰੀਤ ਦਾ ਦੁੱਖ ਵੱਧ ਰਿਹਾ ਸੀ। ਇੱਕ ਦਿਨ ਪ੍ਰੀਤ ਨੇ ਰੋਂਦੇ ਹੋਏ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅੰਬਰ ਨੂੰ ਉਸ ਦੀ ਮਿਸਟਰੀ ਗੱਲ ਮਿਲ ਗਈ ਤੇ ਉਹ ਮੇਰੇ ਨਾਲ ਗੱਲ ਨਹੀਂ ਕਰਦਾ। ਹੁਣ ਤੂੰ ਹੀ ਦੱਸ ਮੈਂ ਕੀ ਕਰਾਂ? ਮੈਂ ਅੰਬਰ ਤੋਂ ਬਿਨਾਂ ਨਹੀਂ ਰਹਿ ਸਕਦੀ। ਵਿਆਹ ਤੋਂ ਪਤਾ ਨਹੀਂ ਉਹ ਮੇਰੇ ਨਾਲ ਗੱਲ ਕਰੇ ਵੀ ਕਿ ਨਹੀਂ। ਪ੍ਰੀਤ ਦੀਆਂ ਗੱਲਾਂ ਮੈਨੂੰ ਡਰਾ ਰਹੀਆਂ ਸੀ। ਮੈਨੂੰ ਲੱਗਦਾ ਸੀ ਕਿ ਹੁਣ ਕੁਝ ਕਰਨਾ ਪਊਗਾ, ਕਿਤੇ ਸਭ ਖਤਮ ਨਾ ਹੋ ਜਾਵੇ। ਮੈਂ ਅੰਬਰ ਨੂੰ ਫੋਨ ਕੀਤਾ। ਉਸ ਦਾ ਨੰਬਰ ਮੇਰੇ ਕੋਲ ਸੀ। ਪ੍ਰੀਤ ਹਮੇਸ਼ਾ ਮੇਰੇ ਸਾਹਮਣੇ ਹੀ ਮਿਲਾਉਂਦੀ ਸੀ। ਮੈਂ ਫੋਨ ਕੀਤਾ ਤਾਂ ਕਿਸੇ ਹੋਰ ਨੇ ਚੁੱਕਿਆ। ਮੈਂ ਕਿਹਾ ਅੰਬਰ ਨਾਲ ਗੱਲ ਕਰਵਾ ਦਿਓ। ਅੰਬਰ ਨੇ ਜਿੱਦਾਂ ਹੀ ਹੈਲੋ ਕੀਤਾ, ਮੇਰੀ ਧੜਕਣ ਤੇਜ਼ ਹੋ ਗਈ ਸੀ ਤੇ ਮੇਰੀ ਆਵਾਜ਼ ਵੀ ਨਿਕਲਣੀ ਬੰਦ ਹੋ ਗਈ ਸੀ। ਮੈਂ ਫੋਨ ਕੱਟ ਦਿੱਤਾ ਪਰ ਗੱਲ ਤਾਂ ਕਰਨੀ ਸੀ। ਮੈਂ ਫੇਰ ਫੋਨ ਮਿਲਾ ਲਿਆ। ਇਸ ਵਾਰ ਅੰਬਰ ਨੇ ਹੀ ਚੁੱਕਿਆ ਤੇ ਬਿਨਾਂ ਕੁਝ ਪੁੱਛੇ ਬੋਲਿਆ, ਮੈਨੂੰ ਪਤਾ ਹੈ ਕਿ ਕੌਣ ਹੈ। ਮੈਂ ਤੇਰੀ ਧੜਕਣ ਤੇ ਤੈਨੂੰ ਪਹਿਚਾਣਦਾ ਹਾਂ। ਅੱਜ ਸ਼ਾਮ ਨੂੰ ਪਾਰਕ ਵਿੱਚ 5 ਵਜੇ ਮਿਲੀ ਤੇ ਫੋਨ ਕੱਟ ਦਿੱਤਾ। ਮੈਂ ਘੜੀ ਦੇਖਦੀ ਰਹੀ ਤੇ ਸੋਚਦੀ ਰਹੀ ਕੀ ਗੱਲ ਉਸ ਨਾਲ ਕਰਨੀ ਹੈ। ਮੈਂ ਅੱਧਾ ਘੰਟਾ ਪਹਿਲਾਂ ਹੀ ਉੱਥੇ ਪਹੁੰਚ ਗਈ। ਪੂਰੇ 5 ਵੱਜ ਗਏ ਸੀ ਪਰ ਉਹ ਹਾਲੇ ਨਹੀਂ ਸੀ ਆਇਆ। ਮੈਂ ਜਦੋਂ ਜਾਣ ਲੱਗੀ ਤਾਂ ਸਾਹਮਣੇ ਉਹੀ ਨੌਜਵਾਨ ਆ ਰਿਹਾ ਸੀ ਜਿਸ ਨੂੰ 5 ਸਾਲ ਪਹਿਲਾਂ ਟ੍ਰੇਨ ਵਿੱਚ ਲੁਕ-ਲੁਕ ਕੇ ਦੇਖ ਰਹੀ ਸੀ। ਜਿਵੇਂ ਹੀ ਉਹ ਨੇੜੇ ਆ ਰਿਹਾ ਸੀ, ਮੈਂ ਸਭ ਭੁੱਲ ਗਈ ਕਿ ਉਸ ਨੂੰ ਕੀ ਕਹਿਣਾ ਹੈ। ਅੱਗੇ ਵੀ ਏਦਾਂ ਹੀ ਹੁੰਦਾ ਸੀ। ਮੈਂ ਬੋਲ ਨਹੀਂ ਸੀ ਪਾਉਂਦੀ ਤੇ ਉਹ ਮੇਰੇ ਕੋਲ ਆਇਆ ਤੇ ਹਿੰਮਤ ਕਰਕੇ ਕਹਿ ਦਿੱਤਾ, ਦੇਖ ਅੰਬਰ, ਤੂੰ ਮੇਰੇ ਬਾਰੇ ਕੀ ਸੋਚਦਾ ਹੈ ਮੈਨੂੰ ਨਹੀਂ ਪਤਾ, ਪਰ ਆਪਣਾ ਉਸ ਰਾਤ ਮਿਲਣਾ ਇਤਫਾਕ ਸੀ। ਤੈਨੂੰ ਉਸ ਨੂੰ ਭੁਲਾ ਕੇ ਅੱਗੇ ਵਧਣਾ ਚਾਹੀਦਾ ਹੈ। ਉਹ ਮੇਰੇ ਵੱਲ ਵੇਖ ਕੇ ਮੁਸਕਰਾ ਰਿਹਾ ਸੀ ਪਰ ਮੈਨੂੰ ਉਸ ਦੀ ਹਾਸੀ ਤੇ ਗੁੱਸਾ ਆ ਰਿਹਾ ਸੀ। ਮੈਂ ਕਿਹਾ, ਪ੍ਰੀਤ ਨਾਲ ਅੱਗੇ ਵਧ, ਮੇਰੇ ਬਾਰੇ ਸੋਚਣਾ ਛੱਡ ਦੇ। ਮੈਨੂੰ ਅੰਬਰ ਨੇ ਕਿਹਾ ਕਿ ਇੱਧਰ-ਉੱਧਰ ਦੇਖ ਕੇ ਕਿਉਂ ਬੋਲ ਰਹੀ ਹੈ, ਮੇਰੀਆਂ ਅੱਖਾਂ ਵਿੱਚ ਦੇਖ ਕੇ ਬੋਲ। ਕਿ ਸੱਚੀ ਤੇਰੇ ਦਿਲ ਵਿੱਚ ਮੇਰੇ ਲਈ ਕੁਝ ਨਹੀਂ ਹੈ? ਜਦੋਂ ਦਿਲ ਕਰੇ ਤੂੰ ਮੇਰੇ ਦਿਲ ਵਿੱਚ ਆ ਗਈ ਤੇ ਜਦੋਂ ਦਿਲ ਕਰੇ ਚਲੀ ਜਾਵੇਂ। ਮੈਂ ਪਿਛਲੇ 5 ਸਾਲਾਂ ਤੋਂ ਤੇਰੇ ਜਵਾਬ ਦਾ ਇੰਤਜ਼ਾਰ ਕਰ ਰਿਹਾ ਹਾਂ। ਉਸ ਰਾਤ ਤੇਰਾ ਮੈਨੂੰ ਚੋਰੀ-ਚੋਰੀ ਦੇਖਣਾ ਮੈਂ ਭੁੱਲ ਨਹੀਂ ਪਾਇਆ। ਉਸ ਰਾਤ ਤੂੰ ਸੌਂ ਗਈ ਪਰ ਮੈਂ ਨਹੀਂ ਸੁੱਤਾ। ਪੂਰੀ ਰਾਤ ਤੈਨੂੰ ਵੇਖਦਾ ਰਿਹਾ। ਕਿੰਨੀ ਖਿੱਚ ਸੀ ਤੇਰੇ ਚਿਹਰੇ ਵਿੱਚ। ਅਜੇ ਤੱਕ ਨਹੀਂ ਭੁੱਲ ਪਾਇਆ ਤੇਰਾ ਚਿਹਰਾ। ਪਰ ਤੂੰ ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੱਤਾ ਕਿ ਸੱਚੀ ਤੇਰੇ ਦਿਲ ਵਿੱਚ ਮੇਰੇ ਲਈ ਕੁਝ ਨਹੀਂ ਹੈ? ਮੈਂ ਅੰਬਰ ਦੀਆਂ ਅੱਖਾਂ ਵਿੱਚ ਨਹੀਂ ਦੇਖ ਪਾ ਰਹੀ ਸੀ। ਮੈਨੂੰ ਸੀ ਕਿ ਜੋ ਮੈਂ ਕਹਿਣਾ ਹੈ ਜਾਂ ਕਰਨ ਆਈ ਹਾਂ ਉਹ ਨਹੀਂ ਕਰ ਪਾਵਾਂਗੀ। ਉਸ ਨੂੰ ਬਿਨਾਂ ਕੁਝ ਕਹੇ ਮੈਂ ਜਾਣ ਲੱਗੀ। ਉਸ ਨੇ ਮੇਰਾ ਹੱਥ ਫੜ ਲਿਆ। ਉਸ ਨੇ ਮੈਨੂੰ ਕਿਹਾ, ਰੱਬ ਦਾ ਵਾਸਤਾ ਹੈ ਤੈਨੂੰ ਕੁਝ ਬੋਲ। ਮੇਰੀ ਮਿਸਟਰੀ ਗਰਲ ਤੂੰ ਹੀ ਹੈ। ਇਸ ਪਹੇਲੀ ਨੂੰ ਹੱਲ ਕਰਨ ਦਾ ਸਮਾਂ ਆ ਗਿਆ ਹੈ। ਮੈਨੂੰ ਦੱਸ ਕਿੱਦਾਂ ਅੱਗੇ ਵਧਾਂ ਮੈਂ? ਤੇਰੀ ਖਿੱਚ ਦੀਆਂ ਜੰਜੀਰਾਂ ਮੇਰੇ ਪੈਰਾਂ ਵਿੱਚ ਨੇ। ਇਹਨਾਂ ਨੂੰ ਖੋਲ ਕੇ ਮੈਨੂੰ ਵੀ ਆਜ਼ਾਦ ਕਰ ਦੇ ਅਤੇ ਤੂੰ ਵੀ ਆਜ਼ਾਦ ਹੋ ਜਾ। ਮੈਂ ਕੁਝ ਨਹੀਂ ਬੋਲ ਪਾਈ। ਬੋਲਦੀ ਵੀ ਕੀ? ਪ੍ਰੀਤ ਦੇ ਹੰਝੂ ਮੈਨੂੰ ਬੋਲਣ ਨਹੀਂ ਦੇ ਰਹੇ ਸਨ। ਮੇਰੇ ਬੁੱਲ੍ਹਾਂ ਦਾ ਚੁੱਪ ਰਹਿਣਾ ਹੀ ਠੀਕ ਸੀ। ਮੈਂ ਉਸ ਨੂੰ ਕਿਹਾ ਕਿ ਤੂੰ ਜੋ ਸੋਚਣਾ ਹੈ ਸੋਚ ਲੈ, ਪਰ ਤੇਰੇ ਮੇਰੇ ਰਾਸਤੇ ਵੱਖਰੇ ਹਨ ਤੇ ਮੈਂ ਚੱਲ ਪਈ। ਮੈਨੂੰ ਪਿੱਛੋਂ ਆਵਾਜ਼ ਆਈ ਕਿ ਠੀਕ ਹੈ ਤੂੰ ਜਾਣਾ ਤਾਂ ਜਾ, ਪਰ ਮੈਂ ਅੱਜ ਹੀ ਪ੍ਰੀਤ ਨਾਲ ਰਿਸ਼ਤਾ ਤੋੜ ਦੇਣਾ ਹੈ। ਮੇਰੇ ਪੈਰ ਉੱਥੇ ਹੀ ਰੁਕ ਗਏ ਤੇ ਦਿਲ ਵਿੱਚ ਆਇਆ ਕਿ ਇਹ ਕੀ ਬੋਲ ਰਿਹਾ ਹੈ ਅੰਬਰ, ਕਿਤੇ ਸੱਚੀ ਹੀ ਰਿਸ਼ਤਾ ਨਾ ਤੋੜ ਦੇਵੇ। ਮੈਂ ਸੋਚ ਰਹੀ ਸੀ ਕਿ ਅੰਬਰ ਮੈਨੂੰ ਕਿਉਂ ਅਜਿਹੇ ਦੁਹਰਾਏ ਤੇ ਖੜਾ ਕਰ ਰਿਹਾ ਹੈ ਜਿੱਥੇ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਕਿੱਥੇ ਜਾਵਾਂ। ਅੰਬਰ ਜਾਣ ਲੱਗਾ। ਮੈਨੂੰ ਲੱਗਿਆ ਕਿ ਕਿਤੇ ਸੱਚੀ ਹੀ ਉਹ ਪ੍ਰੀਤ ਨਾਲ ਰਿਸ਼ਤਾ ਨਾ ਤੋੜ ਦੇਵੇ। ਮੈਂ ਦੌੜ ਕੇ ਅੱਜ ਪਹਿਲੀ ਵਾਰੀ ਉਸ ਦਾ ਹੱਥ ਫੜ ਲਿਆ ਸੀ ਤੇ ਹੱਥ ਫੜ ਕੇ ਏਦਾਂ ਲੱਗਾ ਕਿ ਦੁਨੀਆ ਦੇ ਹੁਣ ਕਿਸੇ ਸਹਾਰੇ ਦੀ ਲੋੜ ਨਹੀਂ ਹੈ। ਪਰ ਨਹੀਂ, ਇਹ ਤਾਂ ਮੇਰੀ ਪਿਆਰੀ ਸਹੇਲੀ ਪ੍ਰੀਤ ਦਾ ਸਹਾਰਾ ਹੈ। ਅੰਬਰ ਨੇ ਮੇਰੇ ਵੱਲ ਦੇਖਿਆ। ਮੇਰੀਆਂ ਅੱਖਾਂ ਵਿੱਚ ਹੰਝੂ ਸੀ। ਉਸ ਨੇ ਮੈਨੂੰ ਹੱਥ ਫੜ ਕੇ ਬਿਠਾਇਆ ਤੇ ਕਹਿਣ ਲੱਗਾ ਕਿ ਤੂੰ ਕਿਉਂ ਮੇਰੇ ਲਈ ਪਹੇਲੀ ਬਣੀ ਹੈ?
ਜਦੋਂ ਦੀ ਮਿਲੀ ਹੈ ਮੇਰਾ ਸਭ ਕੁਝ ਖੋ ਲਿਆ ਹੈ। ਤੈਨੂੰ ਪਤਾ ਹੈ, ਬਹੁਤ ਹੀ ਮਜ਼ਾਕੀਆ ਤੇ ਮਸਤ ਮੁੰਡਾ ਸੀ, ਪਰ ਜਦੋਂ ਦੀ ਤੂੰ ਮਿਲੀ ਹੈ ਤੇਰੀਆਂ ਅੱਖਾਂ ਬਸ ਮੈਨੂੰ ਇੱਕੋ ਸਵਾਲ ਕਰਦੀਆਂ ਨੇ ਕਿ ਅੰਬਰ ਮੇਰਾ ਬਣੇਗਾ। ਹਰ ਪਲ ਤੇਰੀਆਂ ਅੱਖਾਂ ਮੇਰਾ ਪਿੱਛਾ ਕਰਦੀਆਂ ਹਨ। ਸੱਚ ਆਖਦਾ ਹਾਂ ਕਿ ਪਿਛਲੇ 5 ਸਾਲਾਂ ਤੋਂ ਇੱਕ ਦਿਨ ਵੀ ਅਜਿਹਾ ਨਹੀਂ ਗਿਆ ਜਦੋਂ ਤੇਰੀ ਯਾਦ ਨਾ ਆਈ ਹੋਵੇ। ਮੈਂ ਕਿਹਾ, ਤੇ ਫਿਰ ਪ੍ਰੀਤ ਨਾਲ ਵਿਆਹ ਕਰਵਾਉਣ ਨੂੰ ਕਿਵੇਂ ਮੰਨ ਗਏ? ਅੰਬਰ ਨੇ ਕਿਹਾ ਕਿ ਜਦੋਂ ਮੈਨੂੰ ਪ੍ਰੀਤ ਦਾ ਰਿਸ਼ਤਾ ਆਇਆ ਤਾਂ ਮੈਂ ਮਨਾ ਕਰ ਦਿੱਤਾ ਸੀ। ਫਿਰ ਪਾਪਾ ਨੇ ਮੈਨੂੰ ਕਿਹਾ ਕਿ ਇੱਕ ਵਾਰੀ ਕੁੜੀ ਨੂੰ ਮਿਲ ਲੈ, ਮਿਲਣ ਵਿੱਚ ਕੀ ਹਰਜ ਹੈ। ਮੈਂ ਉਹਨਾਂ ਦਾ ਦਿਲ ਰੱਖਣ ਲਈ ਉਹਨਾਂ ਨੂੰ ਹਾਂ ਕਰ ਦਿੱਤੀ ਤੇ ਜਦੋਂ ਮੈਂ ਪ੍ਰੀਤ ਨੂੰ ਮਿਲਿਆ ਉਸ ਨੂੰ ਸਭ ਦੱਸ ਦਿੱਤਾ। ਉਹ ਬਹੁਤ ਭੋਲੀ ਭਾਲੀ ਜਿਹੀ ਕੁੜੀ ਹੈ, ਮੈਂ ਉਸ ਨੂੰ ਮਨਾ ਨਾ ਕਰ ਸਕਿਆ। ਨਾਲੇ ਤੇਰੇ ਮਿਲਣ ਦੀ ਆਸ ਵੀ ਟੁੱਟਦੀ ਜਾ ਰਹੀ ਸੀ, ਪਰ ਜਿਵੇਂ ਹੀ ਮੈਂ ਅੱਗੇ ਕਦਮ ਚੁੱਕਣ ਲੱਗਾ ਤੂੰ ਮੇਰੇ ਸਾਹਮਣੇ ਸੀ। ਜਿਸ ਚਿਹਰੇ ਨੂੰ 5 ਸਾਲ ਤੋਂ ਮੈਂ ਭੁੱਲ ਨਹੀਂ ਸਕਿਆ ਸੀ, ਉਹ ਮੇਰੇ ਸਾਹਮਣੇ ਸੀ। ਮੈਂ ਆਪ ਬਹੁਤ ਚਿੰਤਾ ਵਿੱਚ ਹਾਂ, ਕੀ ਕਰਾਂ। ਸੱਚ ਵਿੱਚ ਪ੍ਰੀਤ ਬਹੁਤ ਚੰਗੀ ਕੁੜੀ ਹੈ। ਜੇਕਰ ਤੂੰ ਨਾ ਮਿਲਦੀ ਤਾਂ ਮੈਂ ਉਸ ਨਾਲ ਵਿਆਹ ਕਰਵਾ ਲੈਂਦਾ ਤੇ ਤੈਨੂੰ ਭੁੱਲ ਵੀ ਜਾਂਦਾ, ਪਰ ਹੁਣ ਨਹੀਂ। ਫਿਰ ਉਸਨੇ ਕਿਹਾ ਕਿ ਤੂੰ ਵੀ ਕੁਝ ਬੋਲ, ਪਰ ਹਾਂ, ਮੈਂ ਸੱਚ ਹੀ ਸੁਣਨਾ ਚਾਹੁੰਦਾ ਹਾਂ। ਉਸ ਤੋਂ ਬਾਅਦ ਤੂੰ ਜੋ ਵੀ ਕਹੇਂਗੀ ਮੈਂ ਕਰ ਲਵਾਂਗਾ, ਪਰ ਸੱਚ ਹੀ ਬੋਲੀ। ਪਤਾ ਨਹੀਂ ਇਹ ਅੰਬਰ ਦੇ ਪਿਆਰ ਦੀ ਤਾਕਤ ਸੀ ਜਾਂ ਫਿਰ ਮੇਰਾ ਦਿਲ ਬਗਾਵਤ ਕਰ ਬੈਠਾ ਸੀ। ਮੈਂ ਅੱਜ ਉਸ ਦੇ ਸਾਹਮਣੇ ਬਹੁਤ ਰੋਈ, ਜਿੱਦਾਂ ਕੋਈ ਤੂਫਾਨ ਆਇਆ ਸੀ। ਉਸਨੇ ਕਿਹਾ, ਜਿੰਨਾ ਮਰਜ਼ੀ ਰੋ ਲੈ, ਪਰ ਮੈਂ ਅੱਜ ਸੱਚ ਸੁਣੇ ਬਿਨਾਂ ਨਹੀਂ ਜਾਣਾ। ਅੱਜ ਮੈਂ ਸਾਰੇ ਰਿਸ਼ਤੇ ਸੁਲਝਾਉਣੇ ਸੀ, ਕਿਉਂਕਿ ਹਰ ਰਿਸ਼ਤੇ ਦਾ ਆਪਣਾ ਮਹੱਤਵ ਹੁੰਦਾ ਹੈ, ਕੋਈ ਘੱਟ ਜਾਂ ਵੱਧ ਨਹੀਂ ਹੁੰਦਾ। ਪ੍ਰੀਤ ਮੇਰੀ ਸਹੇਲੀ ਸੀ, ਪਰ ਅੰਬਰ ਦੇ ਜਜ਼ਬਾਤਾਂ ਨਾਲ ਖੇਡਣ ਦਾ ਮੈਨੂੰ ਕੋਈ ਹੱਕ ਨਹੀਂ ਸੀ। ਉਸ ਨੂੰ ਸੱਚ ਦੱਸਣਾ ਪੈਣਾ, ਨਹੀਂ ਤਾਂ ਅੰਬਰ ਕਦੀ ਵੀ ਖੁਸ਼ ਨਹੀਂ ਰਹਿ ਪਾਊਗਾ ਤੇ ਪ੍ਰੀਤ ਨੂੰ ਵੀ ਨਹੀਂ ਖੁਸ਼ ਰੱਖ ਪਾਊਗਾ। ਮੈਨੂੰ ਅੰਬਰ ਨੇ ਹਿਲਾਇਆ ਕਿ ਕੁਝ ਤਾਂ ਬੋਲ। ਮੇਰੇ ਬੁੱਲ੍ਹ ਖੁੱਲ੍ਹੇ ਤੇ ਮੈਂ ਕਿਹਾ, ਅੰਬਰ ਇਹ ਸੱਚ ਹੈ ਕਿ ਜਿਸ ਦਿਨ ਦੀ ਮੈਂ ਤੈਨੂੰ ਮਿਲੀ ਸੀ, ਤੈਨੂੰ ਹਰ ਪਲ ਹਰ ਦਿਨ ਯਾਦ ਕੀਤਾ। ਇਹ ਸੱਚ ਹੈ ਕਿ ਜਦੋਂ ਮੈਂ ਤੁਹਾਨੂੰ ਉਸ ਰਾਤ ਲੁਕ-ਲੁਕ ਕੇ ਦੇਖ ਰਹੀ ਸੀ, ਉਹ ਉਸ ਉਮਰ ਦੀ ਸ਼ਰਾਰਤ ਹੈ। ਤੇਰੀ ਥਾਂ ਜੇਕਰ ਕੋਈ ਹੋਰ ਵੀ ਹੁੰਦਾ ਤਾਂ ਸ਼ਾਇਦ ਮੈਂ ਉਸ ਨੂੰ ਵੀ ਏਦਾਂ ਹੀ ਦੇਖਦੀ। ਮੈਂ ਅੱਜ ਤੇਰੇ ਹਰ ਸਵਾਲ ਦਾ ਜਵਾਬ ਦੇਵਾਂਗੀ, ਭਾਵੇਂ ਉਸ ਦਾ ਨਤੀਜਾ ਕੁਝ ਵੀ ਹੋਵੇ। ਮੈਨੂੰ ਮਨਜ਼ੂਰ ਹੈ। ਮੈਨੂੰ ਤੂੰ ਸੋਹਣਾ ਲੱਗਾ ਸੀ। ਉਸ ਉਮਰ ਵਿੱਚ ਸਾਰੇ ਹੀ ਸੋਹਣੇ ਲੱਗਦੇ ਹਨ। ਤੂੰ ਮੈਨੂੰ ਜੋ ਕਾਗਜ਼ ਦਾ ਟੁਕੜਾ ਦੇ ਗਿਆ ਸੀ, ਉਸ ਨੂੰ ਮੈਂ ਪੜ੍ਹ ਹੀ ਨਹੀਂ ਪਾਈ, ਕਿਉਂਕਿ ਮੇਰੇ ਤੋਂ ਉਹ ਗੁੰਮ ਹੋ ਗਿਆ ਸੀ। ਹਾਂ, ਮੈਂ ਤੈਨੂੰ ਮਿਲਣਾ ਚਾਹੁੰਦੀ ਸੀ, ਇਸ ਲਈ ਨਹੀਂ ਕਿ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਸੀ, ਪਰ ਇਸ ਲਈ ਕਿ ਮੈਂ ਜਾਣਨਾ ਚਾਹੁੰਦੀ ਸੀ ਕਿ ਉਸ ਕਾਗਜ਼ ਵਿੱਚ ਤੂੰ ਕੀ ਲਿਖਿਆ ਸੀ। ਮੈਨੂੰ ਨਹੀਂ ਪਤਾ ਤੂੰ ਉਸ ਰਾਤ ਮੇਰੇ ਲਈ ਕੀ ਸੋਚਿਆ, ਪਰ ਮੇਰੇ ਲਈ ਉਹ ਕਾਗਜ਼ ਦਾ ਟੁਕੜਾ ਇੱਕ ਕਹਾਣੀ ਬਣ ਗਿਆ ਸੀ। ਮੈਂ ਬੇਚੈਨ ਹੋ ਰਹੀ ਸੀ ਕਿ ਇਸ ਵਿੱਚ ਕੀ ਲਿਖਿਆ ਸੀ, ਤੇ ਤੂੰ ਮੇਰੇ ਜਵਾਬ ਲਈ ਬੇਚੈਨ ਸੀ। ਅੰਬਰ, ਤੇਰਾ ਮੇਰਾ ਸਾਥ ਉਸ ਟ੍ਰੇਨ ਦੇ ਸਫ਼ਰ ਤੱਕ ਹੀ ਸੀ। ਇਹ ਇੱਕ ਸੋਹਣਾ ਮੋੜ ਸੀ ਜਿੱਥੇ ਆਪਾਂ ਆਪਣੇ ਆਪਣੇ ਰਾਸਤੇ ਮੁੜ ਗਏ। ਇਹ ਨਹੀਂ ਕਿ ਮੈਨੂੰ ਤੂੰ ਚੰਗਾ ਨਹੀਂ ਲੱਗਿਆ ਜਾਂ ਫਿਰ ਤੇਰੇ ਵਿੱਚ ਕੋਈ ਕਮੀ ਹੈ, ਪਰ ਅੰਬਰ, ਹਰ ਚੀਜ਼ ਦਾ ਇੱਕ ਵਕਤ ਹੁੰਦਾ ਹੈ। ਅੱਜ ਮੈਂ ਖੁਦਗਰਜ਼ ਹੋ ਕੇ ਆਪਣੀ ਸਹੇਲੀ ਦਾ ਵਿਸ਼ਵਾਸ ਤੋੜ ਦੇਵਾਂ, ਤੇ ਇਸ ਦੀ ਕੀ ਗਰੰਟੀ ਹੈ ਕਿ ਕੱਲ੍ਹ ਆਪਣਾ ਵਿਸ਼ਵਾਸ ਇੱਕ ਦੂਜੇ 'ਤੇ ਬਣਿਆ ਰਹੇਗਾ। ਅੰਬਰ, ਤੂੰ ਬਹੁਤ ਵਧੀਆ ਹੈ। ਆਪਾਂ ਇਸ ਰਿਸ਼ਤੇ ਨੂੰ ਕਿਉਂ ਕੋਈ ਨਾਮ ਦਈਏ? ਬਿਨਾਂ ਨਾਂ ਦੇ ਰਿਸ਼ਤੇ ਵਿੱਚ ਜ਼ਿਆਦਾ ਆਪਣਾਪਣ ਹੁੰਦਾ ਹੈ। ਅੰਬਰ ਇੰਨੀ ਦੇਰ ਤੋਂ ਮੈਨੂੰ ਸੁਣ ਰਿਹਾ ਸੀ ਤੇ ਮੁਸਕਰਾ ਰਿਹਾ ਸੀ ਤੇ ਕਹਿਣ ਲੱਗਾ ਕਿ ਤੂੰ ਕਿੰਨੀ ਚੰਗੀ ਹੈ। ਤੈਨੂੰ ਮੈਂ ਕਿੱਦਾਂ ਪਿਆਰ ਨਾ ਕਰਾਂ, ਤੂੰ ਹੀ ਦੱਸ। ਉਸ ਦੀ ਵੀ ਮੈਨੂੰ ਤੇਰੇ ਭੋਲੇਪਨ ਨਾਲ ਹੀ ਪਿਆਰ ਹੋ ਗਿਆ ਸੀ। ਤੂੰ ਮੇਰੇ ਦਿਲ ਵਿੱਚ ਉਤਰ ਗਈ ਸੀ। ਅੱਜ ਤੈਨੂੰ ਜਾਣ ਕੇ ਮੇਰੇ ਦਿਲ ਵਿੱਚ ਤੇਰੇ ਲਈ ਹੋਰ ਵੀ ਪਿਆਰ ਵੱਧ ਗਿਆ ਹੈ। ਕਿੰਨੀ ਗਹਿਰਾਈ ਹੈ ਤੇਰੇ ਅੰਦਰ। ਇਸ ਉਮਰ ਦੀਆਂ ਕੁੜੀਆਂ ਮੌਜ ਮਸਤੀ ਕਰਦੀਆਂ ਹਨ, ਦੂਜੇ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ ਹੁੰਦੀ। ਪਰ ਤੂੰ ਵੇਖ, ਪਰ ਮੈਂ ਤੈਨੂੰ ਨਿਰਾਸ਼ ਨਹੀਂ ਕਰਾਂਗਾ।
ਤੂੰ ਜੋ ਕਹੇਂਗੀ ਮੈਂ ਉਹੀ ਕਰਨਾ ਹੈ। ਮੈਂ ਤੇਰੇ ਨਾਲ ਵਾਅਦਾ ਕੀਤਾ ਹੈ। ਅੱਜ ਤੈਨੂੰ ਜਾਣ ਕੇ, ਪਹਿਚਾਣ ਕੇ ਮੈਂ ਬਹੁਤ ਖੁਸ਼ ਹਾਂ। ਜੋ ਮੰਗੇਂਗੀ ਮੈਂ ਤੈਨੂੰ ਦੇਵਾਂਗਾ, ਬਿਨਾਂ ਕੁਝ ਕਹੇ। ਕਿਉਂਕਿ ਜਿਸ ਛਵੀ ਨੂੰ 5 ਸਾਲ ਮੈਂ ਬਣਾਉਂਦਾ ਰਿਹਾ, ਤੂੰ ਉਸ ਤੋਂ ਵੀ ਸੋਹਣੀ ਤੇ ਚੰਗੀ ਹੈ। ਦੱਸ ਤੂੰ ਕੀ ਚਾਹੁੰਦੀ ਹੈ? ਬਿਨਾਂ ਕੁਝ ਕਹੇ ਤੇਰੀ ਗੱਲ ਮੰਨ ਕੇ ਇੱਥੋਂ ਚਲਾ ਜਾਵਾਂਗਾ। ਮੈਂ ਅੰਬਰ ਨੂੰ ਕੀ ਕਹਿੰਦੀ? ਅੰਬਰ ਨੇ ਸਾਰਾ ਫੈਸਲਾ ਮੇਰੇ ਤੇ ਛੱਡ ਦਿੱਤਾ ਸੀ। ਪਰ ਜਿਸ ਕਹਾਣੀ ਨੂੰ ਅਸੀਂ ਖ਼ਤਮ ਕਰਨਾ ਸੀ, ਕੋਈ ਫੈਸਲਾ ਲੈਣਾ ਸੀ, ਨਹੀਂ ਤਾਂ 3 ਜ਼ਿੰਦਗੀਆਂ ਖਰਾਬ ਹੋ ਜਾਂਦੀਆਂ। ਅੰਬਰ ਨੇ ਮੈਨੂੰ ਕਿਹਾ ਕਿ ਬੋਲ, ਤੂੰ ਕੀ ਚਾਹੁੰਦੀ ਹੈ? ਮੈਂ ਕਿਹਾ ਅੰਬਰ, ਮੇਰੇ ਚਾਹਣ ਜਾਂ ਨਾ ਚਾਹਣ ਨਾਲ ਕੋਈ ਫਰਕ ਨਹੀਂ ਪੈਂਦਾ। ਹੋਣਾ ਉਹ ਚਾਹੀਦਾ ਹੈ ਜੋ ਸਹੀ ਹੈ। ਪਰ ਜੇਕਰ ਤੂੰ ਮੇਰੇ ਤੇ ਸਭ ਛੱਡਿਆ ਹੈ ਤਾਂ ਮੈਂ ਚਾਹੁੰਦੀ ਹਾਂ ਆਪਾਂ ਉਸ ਟ੍ਰੇਨ ਵਾਲੀ ਰਾਤ ਨੂੰ ਉਸ ਰਾਤ ਤੱਕ ਹੀ ਰਹਿਣ ਦਈਏ ਤੇ ਤੇਰੀ ਮਿਸਟਰੀ ਗਰਲ ਹਮੇਸ਼ਾ ਇੱਕ ਖੂਬਸੂਰਤ ਯਾਦ ਬਣ ਕੇ ਤੇਰੇ ਦਿਲ ਵਿੱਚ ਰਵੇ ਤੇ ਤੇਰਾ ਹੱਸਦਾ ਚਿਹਰਾ ਮੇਰੀ ਜ਼ਿੰਦਗੀ ਵਿੱਚ ਇੱਕ ਖੂਬਸੂਰਤ ਅਹਿਸਾਸ ਨਾਲ ਰਹੇ। ਕੋਈ ਗਿਲਾ ਗੁੱਸਾ ਆਪਣੇ ਵਿੱਚ ਨਾ ਰਵੇ। ਮੈਂ ਰਾਧਿਕਾ ਦੇ ਦੁੱਖ ਦਾ ਕਾਰਨ ਨਹੀਂ ਬਣਨਾ ਚਾਹੁੰਦੀ ਤੇ ਉਸ ਦਾ ਦਿਲ ਤੋੜ ਕੇ ਮੈਂ ਖੁਸ਼ ਨਹੀਂ ਰਹਿ ਸਕਦੀ। ਉਸ ਦਿਨ ਤੂੰ ਮੈਨੂੰ ਇੱਕ ਗਾਣਾ ਸੁਣਾਇਆ ਸੀ। ਅੱਜ ਮੈਂ ਤੈਨੂੰ ਇੱਕ ਗਾਣੇ ਦੀਆਂ 4 ਲਾਈਨਾਂ ਸੁਣਾਉਂਦੀ ਹਾਂ। छोड़ दे सारी दुनिया किसी के लिए, ये मुनासिब नहीं आदमी के लिए, प्यार से भी ज़रूरी कई काम है, प्यार ही ज़रूरी नहीं ज़िंदगी के लिए, छोड़ दे सारी दुनिया किसी के लिए, चाँद मिलता नहीं हर किसी को यहाँ, एक दिया ही काफ़ी रोशनी के लिए, छोड़ दे सारी दुनिया किसी के लिए, ये मुनासिब नहीं आदमी के लिए। ਗਾਣਾ ਗਾਉਂਦੇ ਮੇਰਾ ਗਲਾ ਭਰ ਆਇਆ। ਅੰਬਰ ਸਮਝ ਗਿਆ ਸੀ। ਉਸ ਨੇ ਮੈਨੂੰ ਕਿਹਾ, ਜੋ ਹੁਕਮ ਮੇਰੀ ਮਿਸਟਰੀ ਗਰਲ। ਅੰਬਰ ਨੇ ਕਿਹਾ, ਮੇਰੀ ਇੱਕ ਸ਼ਰਤ ਹੈ। ਮੈਂ ਡਰ ਗਈ, ਪਤਾ ਨਹੀਂ ਕੀ ਮੰਗ ਲਵੇ। ਉਸ ਨੇ ਕਿਹਾ, ਡਰਨਾ, ਮੈਂ ਅਜਿਹਾ ਕੁਝ ਨਹੀਂ ਮੰਗਣਾ ਜੋ ਤੂੰ ਦੇ ਨਾ ਪਾਏ। ਤੂੰ ਹਮੇਸ਼ਾ ਮੇਰੀ ਦੋਸਤ ਰਹੇਂਗੀ, ਕਦੀ ਆਪਣੀ ਦੋਸਤੀ ਖਤਮ ਨਹੀਂ ਹੋਵੇਗੀ। ਤੇ ਹਾਂ, ਅਗਲੇ ਜਨਮ ਲਈ ਮੇਰੀ ਬੁਕਿੰਗ ਪੱਕੀ ਕਰ ਲੈ। ਮੈਨੂੰ ਕੋਈ ਅੜਚਨ ਨਹੀਂ ਚਾਹੀਦੀ। ਅਗਲੇ ਜਨਮ ਵਿੱਚ ਤੂੰ ਮੇਰੀ ਹੀ ਰਹੇਂਗੀ। ਮੈਨੂੰ ਅੰਬਰ ਤੇ ਬਹੁਤ ਪਿਆਰ ਆ ਰਿਹਾ ਸੀ। ਲੋਕ ਆਪਣੇ ਪਿਆਰ ਨੂੰ ਪਾਉਣ ਲਈ ਕੀ ਕੁਝ ਕਰਦੇ ਨੇ। ਉਸ ਨੇ ਬੜੇ ਸਹਿਜ ਭਾਵ ਨਾਲ ਮੇਰੀ ਗੱਲ ਦਾ ਮਾਣ ਰੱਖ ਲਿਆ। ਅੱਜ ਇਸ ਗੱਲ ਨੂੰ 25 ਸਾਲ ਹੋ ਗਏ ਹਨ ਤੇ ਮੈਂ ਤੇ ਅੰਬਰ ਦੋਨੋਂ ਵਧੀਆ ਦੋਸਤ ਹਾਂ। ਸਾਡੀ ਗੱਲ ਹੁੰਦੀ ਹੈ। ਸਾਨੂੰ ਆਪਣੇ ਫੈਸਲੇ ਤੇ ਕਦੀ ਕੋਈ ਪਛਤਾਵਾ ਨਹੀਂ ਹੈ, ਕਿਉਂਕਿ ਸਾਡੇ ਦਿਲ ਵਿੱਚ ਅੱਜ ਵੀ ਸੱਚਾ ਪਿਆਰ ਹੈ ਜਿਸ ਨੂੰ ਅਸੀਂ ਮਹਿਸੂਸ ਕੀਤਾ ਹੈ। ਪ੍ਰੀਤ ਨੂੰ ਕਦੇ ਪਤਾ ਹੀ ਨਾ ਲੱਗਾ ਕਿ ਅਮਰ ਦੀ ਮਿਸਟਰੀ ਗਰਲ ਕੌਣ ਹੈ। ਅੱਜ ਜਦੋਂ ਵੀ ਟ੍ਰੇਨ ਵਿੱਚ ਸਫ਼ਰ ਕਰਦੀ ਹਾਂ ਤਾਂ ਸੋਚਦੀ ਹਾਂ ਕਿ ਟ੍ਰੇਨ ਦੇ ਸਫ਼ਰ ਦੀ ਉਹ ਰਾਤ ਇੱਕ ਵਧੀਆ ਦੋਸਤ ਦੇ ਗਈ ਤੇ ਇੱਕ ਸੋਹਣੀ ਯਾਦ ਜਿਸ ਨੂੰ ਮੇਰੇ ਦਿਲ ਤੋਂ ਕੋਈ ਜੁਦਾ ਨਹੀਂ ਕਰ ਸਕਦਾ। ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਜੇਕਰ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਨੂੰ ਲਾਈਕ ਜ਼ਰੂਰ ਕਰਿਓ ਜੀ, ਸ਼ੇਅਰ ਕਰਿਓ ਤੇ ਜਿਸ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ। ਆਪਾਂ ਫੇਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।